ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਤਪ ਸਥਾਨ ਦੇ ਉੱਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਦੂਰ ਨੇੜੇ ਤੋਂ ਚੱਲ ਕੇ ਇਕੱਤਰ ਹੋਈ ਸਾਧ ਸੰਗਤ ਜੀ ਵਿਸਾਖ ਦਾ ਮਹੀਨਾ ਸਮਾਪਤ ਹੋ ਚੁੱਕਿਆ ਹੈ ਤੇ ਜੇਠ ਦੇ ਮਹੀਨੇ ਦੀ ਆਰੰਭਤਾ ਸ਼ੁਰੂ ਹੋਈ ਹੈ। ਦੂਰ ਨੇੜੇ ਤੋਂ ਚੱਲ ਕੇ ਸੰਗਤਾਂ ਨੇ, ਸ਼ਰਧਾਲੂ ਗੁਰਮੁਖਾਂ ਨੇ ਆਪਣੇ ਜੀਵਨ ਦੇ ਸਵਾਸ ਸਫਲੇ ਕਰਨ ਵਾਸਤੇ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਦੀ ਹਾਜ਼ਰੀ ਭਰੀ ਹੈ। ਪਾਵਨ ਪਵਿੱਤਰ ਸਥਾਨ 'ਤੇ ਜਿੱਥੇ ਗੁਰਮੁਖ ਪਿਆਰਿਓ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰੇ ਹੋਏ 12 ਮਹਾਂ ਦਾ ਪਾਠ ਸਰਵਣ ਕੀਤਾ ਹੈ। ਉੱਥੇ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਅਸਥਾਨ 'ਤੇ ਯਾਤਰਾ ਕਰਨ ਦਾ ਵੀ ਬਹੁਤ ਵੱਡਾ ਲਾਭ ਹੈ। ਮਨੁੱਖ ਜਨਮ ਦੇ ਵਿੱਚ ਮਨੁੱਖ ਨੂੰ ਗਿਣਤੀ ਦੇ ਸਵਾਸ ਪ੍ਰਾਪਤ ਹੋਏ ਨੇ। ਉਹ ਸਵਾਸਾਂ ਨੂੰ ਸਫਲ ਕਰਨ ਵਾਸਤੇ ਪਰਮੇਸ਼ਰ ਨਿਰੰਕਾਰ ਜੀ ਵੱਲੋਂ ਬਹੁਤ ਕਈ ਸਾਧਨ ਸੰਸਾਰ ਵਿੱਚ ਬਣਾਏ ਨੇ। ਵੱਖਰੇ ਵੱਖਰੇ ਧਰਮਾਂ ਦੇ ਆਪਣੀਆਂ ਵੱਖਰੀਆਂ ਰੀਤੀ ਰਿਵਾਜ ਜਾਂ ਵੱਖਰੇ ਵੱਖਰੇ ਧਰਮ ਦੇ ਕਾਨੂੰਨ ਨੇ। ਉਹਦੇ ਅਨੁਸਾਰ ਧਰਮਾਂ ਦੇ ਲੋਕ ਆਪਣੇ ਸਵਾਸਾਂ ਨੂੰ ਸਫਲ ਕਰਨ ਵਾਸਤੇ ਉਸ ਮਹਾਂਪੁਰਸ਼ਾਂ ਦੇ ਢੰਗ ਤਰੀਕੇ ਅਨੁਸਾਰ ਸੰਸਾਰ ਵਿੱਚ ਚੱਲਦੇ ਨੇ। ਪਰ ਸਾਡੇ ਸਿੱਖ ਧਰਮ ਦੇ ਅੰਦਰ ਜੋ ਗੁਰਮਤਿ ਰਹਿਤ ਮਨਜਾਰਾ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਤੋਂ ਲੈ ਕੇ ਇਹ ਸਵਾਸ ਜੋ ਮਹੀਨੇ ਬਾਅਦ ਕੋਈ ਮਨੁੱਖ ਜਿਹਦਾ ਸੰਸਾਰਕ ਕਾਰਜ ਕਰਦਿਆਂ ਨਾ ਵੀ ਟਾਈਮ ਹੋਵੇ, ਜੋ ਹਫ਼ਤੇ ਬਾਅਦ ਜਾਂ 10 ਦਿਨ ਬਾਅਦ ਨਾ ਵੀ ਗੁਰਦੁਆਰੇ ਜਾ ਸਕਦਾ ਹੋਵੇ, ਸਤਿਗੁਰੂ ਜੀ ਨੇ ਇੱਕ ਮਰਜ਼ਾਦਾ ਬੰਨ੍ਹੀ ਹੈ ਕਿ ਮਹੀਨੇ ਬਾਅਦ ਜਾ ਕੇ ਗੁਰੂ ਦੇ ਘਰ ਜਿੱਥੇ ਮੱਥਾ ਟੇਕੇ ਉੱਥੇ ਭਾਈ ਗੁਰੂ ਦੀ ਰਸਨਾ ਤੋਂ ਮਹੀਨੇ ਦਾ ਨਾਮ ਵੀ ਸਰਵਣ ਕਰ ਲਵੇ। ਗੁਰੂ ਦੀ ਰਸਨਾ ਤੋਂ ਗੁਰੂ ਦੇ ਪਾਵਨ ਪਵਿੱਤਰ ਰਸਨਾ ਦੁਆਰਾ ਉਚਾਰਿਆ ਹੋਇਆ 12 ਮਹਾਂ ਆਮ ਤੌਰ 'ਤੇ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਹਨ ਕਿ ਜਿਹੜਾ ਭਾਈ ਗੁਰਮੁਖ ਕਿਸੇ ਗੁਰਮੁਖ ਦੀ ਰਸਨਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਉਚਾਰਿਆ ਹੋਇਆ 12 ਮਹਾਂ ਸਰਵਣ ਕਰੇਗਾ ਤਾਂ ਮਹੀਨਾ ਤਾਂ ਸਫਲਾ ਹੋ ਹੀ ਜਾਵੇਗਾ। ਪਰ ਜਿਹੜੇ ਉਹਦੇ ਸਵਾਸ ਗੁਰੂ ਦੇ ਚਰਨਾਂ ਵਿੱਚ ਬਤੀਤ ਹੋਣਗੇ ਉਹ ਸਵਾਸ ਸਫਲੇ ਹੋ ਜਾਂਦੇ। ਜਿੱਥੇ ਅੱਖਾਂ ਸਤਿਗੁਰੂ ਜੀ ਨੇ ਗੁਰੂ ਦਾ ਦਰਸ਼ਨ ਕਰਨ ਵਾਸਤੇ ਲਾਈਆਂ ਨੇ, ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਲਿਖਿਆ ਹੈ, ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ, ਹਰ ਬਿਨ ਅਬਰ ਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ। ਇਹੋ ਸੰਸਾਰ ਇਹੋ ਬਿ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਜਿਹੜਾ ਸੰਸਾਰ ਹੈ ਸਤਿਗੁਰੂ ਜੀ ਉਹ ਦੇਖਦਾ ਹੈ। ਜਿਹੜਾ ਵੀ ਮਨੁੱਖ ਸੰਸਾਰ ਨੂੰ ਦੇਖਦਾ ਹੈ ਸਤਿਗੁਰੂ ਜੀ ਲਿਖਦੇ ਇਸ ਪਰਮੇਸ਼ਰ ਦਾ ਰੂਪ ਹੈ। ਪਰ ਜਿਨ੍ਹਾਂ ਨੂੰ ਪਰਮੇਸ਼ਰ ਦਾ ਰੂਪ ਨਹੀਂ ਸਮਝ ਲੱਗਦੀ, ਪਰਮੇਸ਼ਰ ਦਾ ਰੂਪ ਨਹੀਂ ਪਤਾ ਲੱਗਦਾ ਜਾਂ ਉਸ 'ਤੇ ਮਨ 'ਤੇ ਭਰੋਸਾ ਨਹੀਂ ਵੱਜਦਾ, ਉਹਦੇ ਮਨ ਦਾ ਭਰੋਸਾ ਬੰਨ੍ਹਣ ਵਾਸਤੇ ਸਤਿਗੁਰੂ ਜੀ ਨੇ ਬਹੁਤ ਸਾਡੇ ਵਾਸਤੇ ਐਸੇ ਸਾਧਨ ਬਣਾਏ ਨੇ। ਜਿਹੜਾ ਮਨੁੱਖ ਕੋਈ ਸੇਵਾ ਕਰਕੇ ਆਪਣੇ ਸਵਾਸਾਂ ਨੂੰ ਸਫਲਾ ਕਰੇਗਾ ਉਹਦੇ ਮਨ ਬਿਰਤੀ ਜਿਹੜੀ ਨਿਮਰਤਾ ਵੱਲ ਜਾਵੇਗੀ, ਹਉਮੈ ਤੋਂ ਮਨੁੱਖ ਨੂੰ ਰਾਹਤ ਮਿਲੇਗੀ। ਅਤੇ ਜਿਹੜਾ ਕੋਈ ਗੁਰਦੁਆਰੇ ਚੱਲ ਕੇ ਜਾਵੇਗਾ, ਕੋਈ ਭਾਈ ਭਾਵਨਾ ਦੇ ਨਾਲ ਗੁਰੂ ਦੇ ਰਸਨਾ ਤੋਂ ਮਹੀਨੇ ਦਾ ਨਾਮ ਸਰਵਣ ਕਰੇਗਾ, ਜਿੱਥੇ ਅੱਖਾਂ ਗੁਰੂ ਦਾ ਦਰਸ਼ਨ ਕਰਕੇ ਅੱਖਾਂ ਪਵਿੱਤਰ ਹੁੰਦੀਆਂ ਨੇ, ਅੱਖਾਂ ਸਫਲੀਆਂ ਹੁੰਦੀਆਂ ਨੇ, ਉੱਥੇ ਜੀਭ ਵੀ ਗੁਰੂ ਦਾ ਸਿਫਤ ਸਲਾਹ ਕਰਕੇ ਜੀਭ ਵੀ ਪਵਿੱਤਰ ਹੋ ਜਾਂਦੀ ਹੈ। ਜਿੱਥੇ ਕੰਨ ਸੰਸਾਰੀ ਗੱਲਾਂ ਨੂੰ ਸੁਣਨ ਵਾਸਤੇ ਤਤਪਰ ਰਹਿੰਦੇ ਨੇ, ਉਹ ਕੰਨ ਵੀ ਜਦੋਂ ਗੁਰੂ ਦੀ ਬਾਣੀ ਸੁਣਦੇ ਆ, ਭਾਵੇਂ ਮਹੀਨੇ ਬਾਅਦ ਵੀ ਕੋਈ ਆ ਕੇ ਗੁਰੂ ਦੀ ਬਾਣੀ ਸੁਣਦਾ ਹੈ, ਗੁਰੂ ਦਾ ਜਸ ਸਰਵਣ ਕਰਦਾ ਹੈ, ਉਹਦੇ ਕੰਨ ਵੀ ਸਤਿਗੁਰੂ ਜੀ ਕਹਿੰਦੇ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ। ਭਾਵੇਂ ਕੰਨ ਪਰਮੇਸ਼ਰ ਦਾ ਨਾਮ ਸੁਣਨ ਵਾਸਤੇ ਲਾਏ ਸੀ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ। ਕੰਨਾਂ ਰਾਹੀਂ ਬਾਣੀ ਸੁਣੀ ਜਾਂਦੀ ਹੈ ਅਤੇ ਉਹਦੇ ਨਾਲ ਮਨ ਦਾ ਤਨ ਜਿੱਦਾਂ ਬੂਟਾ ਮੋੜ ਜਾਂਦਾ, ਬੂਟੇ ਨੂੰ ਪੱਤੇ ਨਿਕਲ ਜਾਂਦੇ, ਤਰੱਕੀ ਕਰਨ ਲੱਗ ਜਾਂਦਾ,
ਇਸੇ ਤਰ੍ਹਾਂ ਮਨੁੱਖ ਦਾ ਤਨ ਤਾਂ ਮਨ ਵੀ ਤਰੱਕੀ ਕਰਨ ਲੱਗ ਜਾਂਦੇ ਆ। ਮਨ ਬੁੱਧੀ ਜਿਹੜੀ ਸੰਸਾਰ ਵੱਲ, ਸੰਸਾਰ ਦੇ ਵਿਸ਼ੇ ਵਿਕਾਰਾਂ ਵੱਲ ਤੁਰਦੀ ਆ, ਉਹ ਬਾਣੀ ਸੁਣਨ ਦੇ ਨਾਲ, ਨਾਮ ਸੁਣਨ ਦੇ ਨਾਲ ਮਨ ਬੁੱਧੀ ਜਿਹੜੀ ਆ ਪਰਮੇਸ਼ਰ ਦੇ ਚਰਨਾਂ ਵੱਲ ਨੂੰ ਪ੍ਰੇਰਿਤ ਹੋ ਜਾਂਦੀ ਹੈ। ਮਨੁੱਖ ਦੇ ਜਿਹੜੇ ਇੰਦਰੇ ਨੇ, ਜਦੋਂ ਗੁਰੂ ਘਰ ਵਿੱਚ ਸੇਵਾ ਕਰਦਾ ਹੈ, ਮਨੁੱਖ ਦੇ ਪੈਰ ਜਦੋਂ ਗੁਰੂ ਘਰ ਵਿੱਚ ਚੱਲ ਕੇ ਆਉਂਦੇ ਨੇ, ਉਹ ਪੈਰ ਸਤਿਗੁਰੂ ਜੀ ਨੇ ਸਫਲੇ ਗਿਣੇ ਨੇ। ਜਿਹੜਾ ਮੂੰਹ ਗੁਰੂ ਦਾ ਜਸ ਕਰਦਾ ਹੈ, ਮੂੰਹ ਵੀ ਸਫਲਾ ਗਿਣਿਆ ਹੈ। ਤੇ ਸਾਰੇ ਜਿਹੜੇ ਅੰਗ ਨੇ ਸਤਿਗੁਰੂ ਜੀ ਨੇ ਸਫਲੇ ਗਿਣੇ ਨੇ। ਪਾਪ ਸੁਹਾਵੇ ਜਾਂ ਤੋ ਤਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਂ ਤੋ ਜਸ ਗਾਵੇ, ਜੀਉ ਪਿਆ ਤੋ ਸਰਨੀ। ਮੂੰਹ ਸੁਹਾਵਾ ਹੈ ਜੇ ਗੁਰੂ ਦਾ ਜਸ ਕਰਦਾ ਹੈ, ਪੈਰ ਸੁਹਾਵੇ ਨੇ ਜਾਂ ਚੱਲ ਕੇ ਗੁਰੂ ਘਰ ਨੂੰ ਜਾਂਦੇ ਨੇ। ਸੋ ਇਸ ਕਰਕੇ ਬਹੁਤ ਮਹਾਨ ਤੀਰਥ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਸੰਸਾਰ ਦੇ ਲੋਕਾਂ 'ਤੇ ਦਇਆ ਦ੍ਰਿਸ਼ਟੀ ਕਰਕੇ ਵੱਡਾ ਤੀਰਥ ਰਚਿਆ ਹੈ। ਇਸ ਤੀਰਥ ਦੀ ਯਾਤਰਾ ਕਰਨ ਵਾਲੇ ਬਹੁਤ ਸਾਰੇ ਜਿਹੜੇ ਪ੍ਰੇਮੀ ਨੇ, ਭਾਈ ਗੁਰਮੁਖ ਪਿਆਰਿਓ, ਜਿੱਥੇ 68 ਤੀਰਥ ਵੱਡੇ ਵੱਡੇ, ਜਿਨ੍ਹਾਂ ਤੀਰਥਾਂ ਨੂੰ ਆਮ ਤੌਰ 'ਤੇ ਮਾਨਤਾ ਦਿੱਤੀ ਜਾਂਦੀ ਹੈ, ਬੜੇ ਬੜੇ ਮੇਲੇ ਉੱਥੇ ਲੱਗਦੇ ਨੇ। ਉਹਨਾਂ ਤੀਰਥਾਂ 'ਤੇ ਜਾਣ ਦਾ ਸਮਾਂ ਵੀ ਲੱਗਦਾ ਹੈ ਅਤੇ ਪੈਸੇ ਵੀ ਲੱਗਦੇ ਨੇ, ਪਰ ਉਹਨਾਂ 68 ਤੀਰਥਾਂ ਦਾ ਪੁੰਨ ਇੱਕੋ ਜਗ੍ਹਾ ਤੋਂ ਮਿਲ ਜਾਣਾ, ਇਹ ਮਹਾਂਪੁਰਸ਼ਾਂ ਦਾ ਬੜਾ ਵੱਡਾ ਪਰਉਪਕਾਰ ਹੈ। ਸਤਿਗੁਰੂ ਦੀ ਗੁਰਬਾਣੀ ਦੱਸਦੀ ਹੈ ਕਿ ਐਸਾ ਸਥਾਨ, ਜਿਸ ਸਥਾਨ 'ਤੇ ਤੁਸੀਂ ਬੈਠੇ ਹੋ, ਇਹ ਸਥਾਨ ਸਤਿਗੁਰੂ ਜੀ ਨੇ ਲਿਖਿਆ 68 ਤੀਰਥ ਜੈ ਸਾਧ ਭਗਤ ਰੇ, ਜਿੱਥੇ ਪੂਰਨ ਤਤ ਬੇਤੇ ਬ੍ਰਹਮ ਗਿਆਨੀ ਮਹਾਂਪੁਰਸ਼ ਆਪਣਾ ਚਰਨ ਰੱਖ ਦਿੰਦੇ ਆ, ਉਹ ਧਰਤੀ ਪਵਿੱਤਰ ਹੋ ਜਾਂਦੀ। ਉੱਥੇ 68 ਤੀਰਥਾਂ ਜਿੰਨਾ ਪੁੰਨ ਤੁਹਾਨੂੰ ਮਿਲੇਗਾ। ਬਾਕੀ 68 ਤੀਰਥਾਂ 'ਤੇ ਹੋ ਸਕਦਾ ਪੁੰਨ ਪ੍ਰਾਪਤ ਨਾ ਹੋਵੇ, ਪਰ ਭਾਈ ਇਹ ਮਹਾਂਪੁਰਸ਼ਾਂ ਦਾ ਵੱਡਾ ਪਰਉਪਕਾਰ ਹੈ ਸਾਡੇ ਸੰਸਾਰੀ ਜੀਵਾਂ ਵਾਸਤੇ, ਜਿਹੜੇ ਚੱਲ ਕੇ ਆਪਣੇ ਸਵਾਸਾਂ ਦੇ ਕੁਝ ਸਮੇਂ ਨੂੰ, ਕੁਝ ਸਵਾਸ ਜ਼ਿੰਦਗੀ ਦੇ ਇਸ ਧਰਤੀ 'ਤੇ ਆ ਕੇ ਲੈਂਦੇ ਨੇ, ਉਹ ਸਵਾਸ ਸਫਲੇ ਗਿਣੇ ਜਾਂਦੇ। ਭਾਵੇਂ ਕੋਈ ਸਰੀਰ ਸੇਵਾ ਕਰਦਾ ਹੈ ਜਾਂ ਨਹੀਂ ਕਰਦਾ ਹੈ, ਇੱਥੇ ਹਾਜ਼ਰੀ ਭਰਨੀ ਇਸ ਸਥਾਨ 'ਤੇ। ਜਿਸ ਤਰ੍ਹਾਂ ਕਿਸੇ ਤੁਸੀਂ ਠੰਡੀ ਸਥਾਨ 'ਤੇ ਚਲੇ ਜਾਓ, ਸ੍ਰੀਨਗਰ ਕਸ਼ਮੀਰ ਵੱਲ ਚਲੇ ਜਾਓ, ਮਨੁੱਖ ਦੇ ਸਰੀਰ ਨੂੰ ਠੰਡ ਪ੍ਰਾਪਤ ਹੁੰਦੀ ਹੈ। ਜਿੱਦਾਂ ਜਿੱਦਾਂ ਦੱਖਣ ਵੱਲ ਦੀ ਧਰਤੀ ਨੂੰ ਚਲੇ ਜਾਓ ਤਾਂ ਗਰਮੀ ਮਨੁੱਖ ਮਹਿਸੂਸ ਕਰਦਾ ਹੈ। ਇਸੇ ਤਰ੍ਹਾਂ ਭਾਈ ਇਹਨਾਂ ਤੀਰਥਾਂ ਦੇ ਉੱਤੇ ਜਾ ਕੇ ਵੀ ਉਹ ਜਿਹੜੀ ਮਹਾਂਪੁਰਸ਼ਾਂ ਦੀ ਸ਼ਾਂਤੀ, ਮਹਾਂਪੁਰਸ਼ਾਂ ਦੀ ਠੰਡ ਵਰਤਾਈ ਹੋਈ ਹੈ, ਨਾਮ ਜਪ ਜਪ ਕੇ ਧਰਤੀ ਪਵਿੱਤਰ ਕੀਤੀ ਹੈ, ਇਸ ਧਰਤੀ 'ਤੇ ਆਉਣ ਦੇ ਨਾਲ ਹੀ ਮਨੁੱਖ ਨੂੰ ਸ਼ਾਂਤੀ ਮਿਲ ਜਾਂਦੀ ਹੈ। ਸੋ ਸਭ ਤੋਂ ਵੱਡਾ ਲਾਭ ਤੁਹਾਨੂੰ ਇਹੀ ਹੈ, ਇੱਥੇ ਮਹਾਂਪੁਰਸ਼ਾਂ ਨੇ ਬੈਠ ਕੇ ਪ੍ਰਭੂ ਦੀ ਬੰਦਗੀ ਕੀਤੀ ਅਤੇ ਪ੍ਰਭੂ ਦੀ ਬੰਦਗੀ ਕਰਨ ਵਾਸਤੇ ਸੰਸਾਰ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਸਭ ਤੋਂ ਵੱਡਾ ਪਰਮੇਸ਼ਰ ਦਾ ਨਾਮ ਹੈ ਸੰਸਾਰ ਦੇ ਵਿੱਚ। ਹੋਰ ਠੀਕ ਹੈ, ਬਾਕੀ ਚੀਜ਼ਾਂ ਜਗ੍ਹਾ ਆਪਣੀ ਆਪਣੀ ਜਗ੍ਹਾ 'ਤੇ ਹਨ। ਬਹੁਤ ਸੰਸਾਰ ਵਿੱਚ ਕੀਮਤੀ ਕੀਮਤੀ ਚੀਜ਼ਾਂ ਵੀ ਨੇ, ਹੀਰੇ ਜਵਾਹਰਾਤ, ਬਹੁਤ ਸਾਰੀਆਂ ਚੀਜ਼ਾਂ ਹੈ ਜਿਨ੍ਹਾਂ ਦੀ ਕੀਮਤ ਪਾਈ ਨਹੀਂ ਜਾ ਸਕਦੀ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਡਾ ਪਰਮੇਸ਼ਰ ਦੇ ਨਾਮ ਦਾ ਮਹਾਤਮ ਦੱਸਿਆ ਹੈ। ਨਾਮ ਦੇ ਬਰਾਬਰ ਬਹੁਤ ਸਾਰੀਆਂ ਚੀਜ਼ਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿੱਚ ਦਰਜ ਕੀਤੀਆਂ ਨੇ। ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਵ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਸਤਿਗੁਰੂ ਜੀ ਕਹਿੰਦੇ ਸਿਮਰਤੀਆਂ ਸ਼ਾਸਤਰ ਸਾਰੇ, ਇਹਨਾਂ ਦੀ ਪੜਤਾਲ ਕਰਨ ਤੋਂ ਪਤਾ ਲੱਗਦਾ ਕਿ ਨਾਨਕ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਅਮੁੱਲ ਹੈ, ਉਹਦੀ ਕੋਈ ਕੀਮਤ ਨਹੀਂ ਹੈ। ਉਹਦੇ ਤੋਂ ਅੱਗੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਉਹਦਾ ਵਿਸਤਾਰ ਕਰਕੇ ਲਿਖਿਆ, ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਬਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਵਨ ਮੱਧੇ ਫਿਰਿਆ। ਬਹੁਤ ਸਾਰੇ ਲੋਕ ਯੋਗ ਸਾਧਨਾ ਕਰਦੇ ਨੇ ਪਰਮੇਸ਼ਰ ਨੂੰ ਮਿਲਣ ਵਾਸਤੇ। ਯੋਗ ਸਾਧਨਾ ਤਾਂ ਸਰੀਰ ਦੀ ਤੰਦਰੁਸਤੀ ਵਾਸਤੇ ਹੈ, ਤਨ ਦੇ ਭੇਦ ਯੋਗ ਵਿੱਚੋਂ ਲੱਭ ਜਾਂਦੇ ਨੇ, ਸਰੀਰ ਦੀਆਂ ਕੀ ਬਿਮਾਰੀਆਂ ਯੋਗ ਨਾਲ ਹਟ ਜਾਂਦੀਆਂ ਨੇ। ਬਹੁਤ ਸਾਰੇ ਲੋਕ ਘਰ ਨੂੰ ਛੱਡ ਕੇ ਜੰਗਲਾਂ ਵਿੱਚ ਚਲੇ ਜਾਂਦੇ ਨੇ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਵਨ ਮੱਧੇ ਫਿਰਿਆ। ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨਦਾਨ ਹੋਮੇ ਬਹੁ ਰਤਨਾ। ਬਹੁਤ ਸਾਰੇ ਯਤਨ ਕਰਨ ਤੋਂ ਬਾਅਦ ਪੁੰਨਦਾਨ ਮਨੁੱਖ ਕਰਦਾ ਹੈ ਤਾਂ ਮਨੁੱਖ ਦੇ ਅੰਦਰ ਹਉਮੈ ਆ ਜਾਂਦੀ ਹੈ। ਪੁੰਨਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੇ ਕਰ ਰਾਤੀ। ਬਹੁਤ ਸਰੀਰ ਨੂੰ ਛੋਟਾ ਛੋਟਾ ਕਰਕੇ ਫਿਰ ਵੀ ਅੰਦਰੋਂ ਹਉਮੈ ਜਾਂਦੀ ਨਹੀਂ ਹੈ। ਵਰਤ ਨੇਮ ਕਰੇ ਬਹੁ ਭਾਤੀ, ਕਈ ਤਰ੍ਹਾਂ ਦੇ ਵਰਤ ਕਰਕੇ, ਕਈ ਤਰ੍ਹਾਂ ਦੇ ਨੇਮ ਕਰਕੇ, ਕਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ।
ਕਹਿੰਦੇ ਨਾਮ ਦੇ ਬਰਾਬਰ ਇਹ ਸਾਰੀਆਂ ਚੀਜ਼ਾਂ, ਕੋਈ ਵੀ ਬਰਾਬਰ ਤੁਲਦੀ ਨਹੀਂ ਹੈ। ਨਾਮ ਜਪੀਏ ਇੱਕ ਵਾਰ ਦਾ ਮਤਲਬ ਹੈ ਕਿ ਇੱਕ ਜਨਮ ਮਨੁੱਖ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਵੇ। ਇੱਕ ਜਨਮ ਦੇ ਵਿਸ਼ਵਾਸ ਜਿੰਨੇ ਮਿਲੇ ਨੇ, ਇੱਕ ਜਨਮ ਪਰਮੇਸ਼ਰ ਦੇ ਨਾਮ ਨਾਲ। ਬਹੁਤ ਜਨਮ ਵਿਛਰੇ ਥੇ ਮਾਧਵੇ ਜਨਮ ਤੁਮਾਰੇ ਲੇਖੇ। ਇੱਕ ਵਾਰ ਨਹੀਂ, ਇੱਕ ਵਾਰ ਦਾ ਮਤਲਬ ਹੈ ਇੱਕ ਜਨਮ। ਇੱਕ ਜਨਮ ਲਾ ਦੇਵੇ ਫਿਰ ਮਨੁੱਖ ਨੂੰ ਉਸ ਪਰਮੇਸ਼ਰ ਦੀ ਬਖਸ਼ਿਸ਼ ਹੋ ਜਾਂਦੀ ਹੈ ਇੱਕ ਜਨਮ ਦੇ ਵਿੱਚ। ਜੇ ਕੋਈ ਗੁਰੂ ਦੀ ਕਿਰਪਾ, ਮਹਾਂਪੁਰਸ਼ਾਂ ਦੀ ਕਿਰਪਾ ਹੋ ਜਾਵੇ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ, 9 ਖੰਡ ਪ੍ਰਿਥਵੀ ਫਿਰੇ ਚਿਰਜੀਵੇ। 9 ਅਖੰਡਾਂ ਵਿੱਚ ਧਰਤੀ ਵੰਡੀ ਆ। ਸਤਿਗੁਰੂ ਜੀ ਕਹਿੰਦੇ ਸਾਰੀ ਧਰਤੀ ਤੇ ਘੁੰਮ ਲਵੇ, ਘੁੰਮ ਕੇ ਸਾਰੀ ਧਰਤੀ ਤੇ 9 ਖੰਡ ਪ੍ਰਿਥਵੀ ਫਿਰੇ ਚਿਰਜੀਵੇ, ਮਹਾ ਉਦਾਸ ਤਪੀਸਰ ਥੀਵੇ। ਬਹੁਤ ਵੱਡੀ ਤਪੱਸਿਆ ਕਰ ਲਵੇ, ਉਦਾਸੀ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਦੇਵੇ। ਮਹਾ ਉਦਾਸ ਤਪੀਸਰ ਥੀਵੇ, ਅਗਨ ਮਾਹੇ ਹੋਮਤ ਪ੍ਰਾਣ, ਕਨਕ ਐਸਵ ਹੈ ਪਰ ਭੂਮ ਦਾਨ। ਚਾਹੇ ਧਰਤੀ ਦਾ ਦਾਨ ਕਰ ਦੇਵੇ, ਸੋਨੇ ਦਾ ਦਾਨ ਕਰ ਦੇਵੇ, ਘੋੜੇ ਦਾਨ ਕਰ ਦੇਵੇ। ਕਨਕ ਆਸਵ ਹੈ ਪਰ ਭੂਮ ਦਾਨ, ਨਹੀਂ ਤੁਲ ਰਾਮ ਨਾਮ ਵਿਚਾਰ। ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਨਾਮ ਦੇ ਵਿਚਾਰ ਦੇ ਬਰਾਬਰ ਇਹ ਸਾਰੀਆਂ ਚੀਜ਼ਾਂ ਤੁਲ ਨਹੀਂ ਪਹੁੰਚ ਸਕਦੀਆਂ। ਸਤਿਗੁਰੂ ਜੀ ਕਹਿੰਦੇ ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ। ਜਿਹੜਾ ਮਨੁੱਖ ਰਾਮ ਦੇ ਨਾਮ ਦੀ ਵਿਚਾਰ ਕਰਦਾ, ਸੰਸਾਰ ਵਿੱਚ ਧਨੀ ਪੁਰਸ਼ ਹੋ ਗਿਣਿਆ ਗਿਆ। ਪੂਰੇ ਤੇ ਪ੍ਰਧਾਨ ਸੁਣਤੇ ਹਰ ਕਥਾ, ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ। ਉਹਨਾਂ ਪੁਰਸ਼ਾਂ ਨੂੰ ਪ੍ਰਧਾਨਤਾ ਮਿਲੀ ਹੈ ਸਮਾਜ ਦੇ ਵਿੱਚ, ਜਿਹੜੇ ਪਰਮੇਸ਼ਰ ਜੀ ਦੀ ਕਥਾ ਸੁਣਦੇ ਆ, ਪਰਮੇਸ਼ਰ ਦੀ ਮਹਿਮਾ ਸਿਫਤ, ਪਰਮੇਸ਼ਰ ਜੀ ਦੀ ਵਡਿਆਈ ਨੂੰ ਸਰਵਣ ਕਰਦੇ ਆ। ਉਹ ਪੁਰਖਾਂ ਨੂੰ ਪ੍ਰਧਾਨਤਾ ਮਿਲੀ ਹੈ, ਵਡਿਆਈ ਮਿਲੀ ਹੈ ਮਨੁੱਖਾਂ ਨੂੰ। ਤਾਂ ਗੁਰਮੁਖ ਪਿਆਰਿਓ, ਸਤਿਗੁਰੂ ਜੀ ਨੇ ਜੇਠ ਮਹੀਨੇ ਦੇ ਵਿੱਚ ਜੋ ਬਖਸ਼ਿਸ਼ ਕੀਤਾ, ਉਪਦੇਸ਼ ਹੈ ਥੋੜ੍ਹੇ ਸਮੇਂ ਵਾਸਤੇ ਵਿਚਾਰ ਕਰਨੀ ਆ। ਕਿਉਂਕਿ ਸਤਿਗੁਰੂ ਜੀ ਨੇ ਇਹ ਜੇਠ ਦਾ ਮਹੀਨਾ, ਇਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਨ ਵੀ ਇਸ ਮਹੀਨੇ ਵਿੱਚ ਹੀ ਆ ਰਿਹਾ ਹੈ। ਇਹ ਸਿੱਖਾਂ ਵਾਸਤੇ ਬਹੁਤ ਦੁਖਦਾਈ ਮਹੀਨਾ। ਵੈਸੇ ਵੀ ਇਹ ਗਰਮੀ ਦਾ ਮਹੀਨਾ, 2 ਮਹੀਨੇ ਗਰਮੀ ਦੇ ਗਿਣੇ ਆ, ਜੇਠ ਤਾਂ ਹਾੜ। ਇਹਦੇ ਵਿੱਚ ਗਰਮੀ ਆਪਣੇ ਪੂਰੇ ਜੋਬਨ 'ਤੇ ਹੁੰਦੀ ਆ, ਅਤੇ ਜਿੱਥੇ ਗਰਮੀ ਆਪਣਾ ਜ਼ੋਰ ਦਿਖਾਲਦੀ ਆ, ਅਤੇ ਉੱਥੇ ਸਿੱਖਾਂ ਵਾਸਤੇ ਇੱਕ ਬਹੁਤ ਵੱਡੀ ਸ਼ਹਾਦਤ, ਸਿੱਖ ਧਰਮ ਦੇ ਵਿੱਚ ਸਭ ਤੋਂ ਪਹਿਲੀ ਸ਼ਹਾਦਤ ਗੁਰੂ ਅਰਜਨ ਦੇਵ ਮਹਾਰਾਜ ਦੀ। ਸਿੱਖ ਇਤਿਹਾਸ ਦੇ ਵਿੱਚ ਇਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਉਹਨਾਂ ਨਾਲ ਸ਼ਹੀਦੀ ਦਿਨ ਵੀ ਇਸ ਮਹੀਨੇ ਵਿੱਚ ਆ ਰਿਹਾ ਹੈ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਸਾਖ ਮਹੀਨੇ ਦੀ ਸਮਾਪਤੀ ਤੋਂ, ਪਿਛਲੇ ਮਹੀਨੇ ਦੀ ਸਮਾਪਤੀ ਤੋਂ ਬਾਅਦ ਜੇਠ ਦਾ ਮਹੀਨਾ ਪ੍ਰਾਰੰਭ ਹੋਇਆ। ਸਤਿਗੁਰੂ ਜੀ ਕਹਿੰਦੇ ਹਰ ਜੇਠ ਜਣਨ ਦਾ ਲੋੜੀਏ, ਜਿਸ ਅੱਗੇ ਸਭ ਨਿਵੰਨ। ਜੇਠ ਕਹਿੰਦੇ ਨੇ ਵੱਡੇ ਨੂੰ। ਜਦ ਕਿਸੇ ਦਾ ਕੋਈ ਪੁੱਤਰ ਧੀ ਵੱਡਾ ਜੰਮ ਪਵੇ, ਉਹਨੂੰ ਜੇਠਾ ਕਹਿੰਦੇ ਆ, ਜੇਠਾ ਪੁੱਤਰ ਹੈ। ਜਾਂ ਕਿਤੇ ਬੀਬੀਆਂ ਦੇ ਆਮ ਤੌਰ 'ਤੇ ਜਿਹੜੀ ਬੀਬੀ ਛੋਟੀ, ਕੋਈ ਕਿਸੇ ਦਾ ਛੋਟਾ ਭਾਈ ਹੋਵੇ, ਵਿਆਹਿਆ ਜਾਵੇ, ਉਹ ਜਿਹੜੀ ਬੀਬੀ ਹੁੰਦੀ ਉਹਦਾ ਵੱਡਾ ਭਾਈ, ਉਹਨੂੰ ਜੇਠ ਕਰਕੇ ਕਹਿੰਦੇ ਆ, ਵੱਡਾ ਕਰਕੇ ਕਹਿੰਦੇ। ਇਸ ਕਰਕੇ ਜੇਠ ਮਹੀਨਾ ਇਹ ਸਾਰੇ ਮਹੀਨਿਆਂ ਵਿੱਚੋਂ, ਇਹਦਾ ਦਿਨ ਸਾਰੇ ਮਹੀਨਿਆਂ ਵਿੱਚੋਂ ਵੱਡਾ ਹੁੰਦਾ ਹੈ, ਅਤੇ ਰਾਤ ਛੋਟੀ ਹੋ ਜਾਂਦੀ ਹੈ, ਦਿਨ ਵੱਡਾ ਹੋ ਜਾਂਦਾ। ਸਤਿਗੁਰੂ ਜੀ ਕਹਿੰਦੇ ਭਾਈ ਪਰਮੇਸ਼ਰ ਸਾਰਿਆਂ ਤੋਂ ਵੱਡਾ ਹੈ, ਉਹਦੇ ਤੋਂ ਕੋਈ ਵੱਡਾ ਨਹੀਂ ਹੈ। ਸੰਸਾਰ ਸ੍ਰਿਸ਼ਟੀ ਜਿੰਨੀ ਵੀ ਸਾਜੀ ਆ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦਸਤਗੀਰ ਪੀਰ ਦੇ ਚੇਲੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਸਨਾ ਤੋਂ ਸੁਣਿਆ, ਲੱਖ ਆਗਾਸਾਂ ਆਗਾਸ, ਲੱਖ ਪਤਾਲਾਂ ਪਤਾਲ। ਉਹ ਦਸਤਗੀਰ ਪੀਰ ਦਾ ਚੇਲਾ ਜਦੋਂ ਆਪਣੇ ਗੁਰੂ ਕੋਲ ਜਾ ਕੇ ਗੱਲ ਕੀਤੀ ਕਿ ਹਿੰਦੂ ਪੀਰ ਹੈ ਉਹ ਕੁਫਰ ਤੋਲਦਾ ਹੈ, ਉਸਨੇ ਕਿਹਾ ਹਿੰਦੂ ਪੀਰ ਕੁਫਰ ਕੀ ਤੋਲਦਾ? ਉਹ ਕਹਿੰਦਾ ਉਹਨੇ ਲੱਖ ਆਗਾਸਾਂ ਆਗਾਸ, ਲੱਖ ਪਤਾਲਾਂ ਪਤਾਲ ਕਹੇ ਆ। ਸਾਡੇ ਪੀਰ ਨੇ 14 ਤਪਕ ਦੱਸੇ ਆ, 7 ਪਤਾਲ ਦੱਸੇ ਆ, 7 ਆਕਾਸ਼ ਦੱਸੇ ਆ। ਉਹ ਦਸਤਗੀਰ ਪੀਰ ਆਪਣੇ ਚੇਲੇ ਨੂੰ ਕਹਿਣ ਲੱਗਿਆ ਕੁਫਰ ਨਹੀਂ ਹੈ, ਜਿਹੜਾ ਮਹਾਂਪੁਰਸ਼ ਲੱਖਾਂ ਦੀ ਗੱਲ ਕਰਦਾ ਉਹਦੇ ਦਰਸ਼ਨ ਕਰਨੇ ਚਾਹੀਦੇ ਆ। ਕਹਿੰਦੇ ਸਾਡੇ ਪੀਰ ਦੀ ਨਿਗਾਹ 7 14 ਤੱਕ ਖੁੱਲ੍ਹੀ ਸੀ, 7 ਪਤਾਲਾਂ ਤੱਕ, 7 ਆਕਾਸ਼ਾਂ ਤੱਕ। ਤੇ ਇਹ ਜਿਹੜਾ ਮਹਾਂਪੁਰਸ਼ ਹੈ ਦੀ ਲੱਖਾਂ ਤੱਕ ਨਿਗਾਹ ਖੁੱਲ੍ਹੀ ਹੈ। ਹੋ ਸਕਦਾ ਲੱਖਾਂ ਤੋਂ ਅੱਗੇ ਵੀ ਹੋਵੇ। ਉਸ ਮਹਾਂਪੁਰਸ਼ ਦੇ ਦਰਸ਼ਨ ਕਰਨੇ ਚਾਹੀਦੇ ਆ। ਸੋ ਪਰਮੇਸ਼ਰ ਦਾ ਕੋਈ ਅੰਤ ਨਹੀਂ ਹੈ, ਕੋਈ ਪਾਰਾਵਾਰ ਨਹੀਂ ਹੈ। ਜਿੱਧਰ ਨੂੰ ਵੀ ਤੁਸੀਂ ਚਲੇ ਜਾਓ, ਧਰਤੀ 'ਤੇ ਸ੍ਰਿਸ਼ਟੀ 'ਤੇ ਦੁਨੀਆ ਘੁੰਮਦੀ ਆ। ਕਿੱਡੇ ਵੱਡੇ ਕਾਰੋਬਾਰ ਨੇ, ਹਰ ਇੱਕ ਬੰਦੇ ਦਾ ਪਰਮੇਸ਼ਰ ਦੇ ਨਾਲ ਸੰਬੰਧ ਜੁੜਿਆ ਹੋਇਆ, ਨਾਤਾ ਜੁੜਿਆ ਹੋਇਆ। ਇਕੱਲੇ ਇਕੱਲੇ ਬੰਦੇ ਦਾ ਹਿਸਾਬ ਪਰਮੇਸ਼ਰ ਦੇ ਕੋਲ ਹੈ। ਜਿਹੜਾ ਪਾਪ ਕਰਮ ਕਰਦਾ ਹੈ ਉਹਨੂੰ ਪਾਪ ਕਰਮ ਦਾ ਸਜ਼ਾ ਦਿੰਦੇ ਆ, ਜਿਹੜੇ ਪੁੰਨ ਕਰਮ ਕਰਦੇ ਉਹਨਾਂ ਨੂੰ ਪੁੰਨ ਕਰਮ ਦਿੱਤੇ ਜਾਂਦੇ। ਮਨੁੱਖ ਪਰਮੇਸ਼ਰ ਤੋਂ ਲੁਕ ਨਹੀਂ ਸਕਦਾ। ਇਕੱਲੇ ਇਕੱਲੇ ਪਸ਼ੂ ਦਾ 84 ਲੱਖ ਜਿੰਨੇ ਜੀਵ ਨੇ,
ਕੱਲੇ ਕੱਲੇ ਦੀ ਸਾਧ ਸੰਗਤ ਜੀ परमेश्वर नाल तंद जुड़ी हुई है, कोई भी परमेश्वर तो बाहर नहीं है। 84 लख जोन पाई रिजक दिया सब हूँ को तद का। बहुत बड़ा पसारा होने तो बाद भी सारी सृष्टि में जीवां नूं रिजक दिता है। नहीं तो किसी के 2 पुत्र ने, किसी के 4 पुत्र ने, किसी का कोई भंगुर थोड़ा बहुता बड़ा खलारा है। तो कई बारी मनुष्य के कई धीआं पुत्र कई इन्हां गल्लां तो वांझे रह जाते हैं, पर परमेश्वर ने जिन्नी सृष्टि साजी है ਉਹਦੇ ਵਿੱਚ कोई भुखा नहीं रहिंदा, सारिਆਂ ਨੂੰ रिजक दिता जाता है। एक बारी पार्वती ने शिव जी महाराज के नाल ਇਹ विचार कीती सी कि महाराज तुसीं सारी सृष्टि ਨੂੰ भोजन दिंदे हो, कि कोई भोजन तो बिना कोई जीव रह तो नहीं जाता। शिव जी महाराज कहन लगे जे भोजन तो बिना कोई रह जाए तो परमेश्वर कौन होया। फिर परमेश्वर की दृष्टि में कला कला जीव, भावें 84 लाख की गिणती साइंसदानां की गिणती में हाले नहीं आई, पर भाई गुरु ग्रंथ साहिब में 84 लाख जोन लिखी है। उस पार्वती ने फिर एक डब्बी दे विच कीड़ा बंद किया होया सी। जदों डब्बी खोली तो वह काढ़े ने जिहड़ा कीड़ा सी उहने मूँह दे विच चौल दा दाना फड़िया होया। वो पार्वती की हैरानी की हद ना रही, कहन लगी महाराज जदों मैं कीड़े नूं बंद किया सी उदों तां इहदे मूँह विच कुछ भी नहीं सी, इहदे मूँह विच चौल दा दाना डब्बी बंद दे विच किधरले पासियों आ गया। शिव जी महाराज कहन लगे पार्वती तेरे मन की असी अवस्था पहले ही जान ली सी कि इन कीड़े नूं बंद करना। असी तेरे मत्थे ते लगा होया तिलक चौल दा जिहड़ा तिलक सी वो तिलक तो चौल दा दाना पहले ही डब्बी विच बंद करन तो पहले सिट दिता सी। जे असी इदां जीवां दी संभाल ना करिए तो सृष्टि विच अद्धी दुनिया भुखी मर जूगी। 84 लख जोन पाई रिजक दिया सब हूँ को तद का। सारी सृष्टि विच कल्ले कल्ले जीव नूं ਉਹਦਾ भोजन दिता है। जिस तरह का भोजन कोई खांदा उस तरह का भोजन वो अगे लिया के रख दिता। सैल पत्थर में जंत पाए तां का रिजक आगे कर तरिया। जिहड़े पत्थरां विच कीड़े पैदा किए ने उन्हां दा रिजक भी लिजा लिजा के उन्हां दे अगे रख दिता। तां सतगुरु जी कहंदे हर जेठ जुड़ंदा लोड़ीए जिस अगे सब निवान। सारी दुनिया परमेश्वर अगे निभदी है। ਉਹਦੇ ਤੋਂ ਵੱਡਾ परमेश्वर तो ਵੱਡਾ कोई संसार ਵਿੱਚ नहीं है। गुरु अर्जन देव महाराज कहते भाई उस नूं मिलना करिए, ਉਹਦੇ ਨਾਲ जुड़ना करिए ਜਿਹਨੂੰ सारा संसार निभदा है। नहीं तो तुसीं जे राजे नाल जुड़ जाओ राजा दूजे राजे तो डरदा। हुक्म भी सारिਆਂ ਦੇ ਉੱਤੇ ਭੈ ਬਣਿਆ ਹੋਇਆ। ਤੇ सतगुरु जी कहते ਭੈ ਵਿੱਚ पवन बहे लख बाओ, ਭੈ ਵਿੱਚ ਚੱਲੇ लख दरियाओ, ਭੈ ਵਿੱਚ अगन ਕੱਢੇ बेगार, ਭੈ ਵਿੱਚ धरती दब्बी पार, भै विच इंद फिरे सिर भार, भै विच राजा धर्म दवार, भै विच सूरज, भै विच चंद को करोड़ी चलतनांत, भै विच सिद्ध बुद्ध सुरनाथ, भै विच अडाणे आकाश, भै विच जोध महाबल सूर, भै विच आवे जावे पूर, सगलिया भौ लिखिया सिर लेख, नानक निरभौ निरंकार सच एक। सारी सृष्टि के उत्ते रब का भै बनया होया। सतगुरु जी बाणी विच लिखदे जिन निरभौ जिन हर निरभौ ध्याया जी तिनका भौ सब गवासी, निरभौ जपे सगल भौ मिटे, प्रभ कृपा ते प्राणी छुटे। उस निरभौ परमेश्वर तो सारी दुनिया भै खांदी आ। कहंदे उस परमेश्वर का सिमरन करना चाहिए, उहदे नाल जुड़ना चाहिए। तां जीव नूं संबोधन करके गुरु अर्जन देव महाराज बचन करदे हर जेठ जुड़ंदा लोड़ीए। परमेश्वर सारियां तो बड़ा, जेठ का मतलब बड़ा, जिस अगे सब नवान, जिन्हों सारी सृष्टि निभदी है, जिन्हों सारे देवी देवते निभदे आ। तुदे ध्यान वेद कतेबां सण खड़े, गणती गणी न जाए तेरे दर पड़े। ब्रह्मे तुद ध्यान इंद्र इंद्रासना, शंकर बिसने अवतार हर जस मुख बना। पीर पगंबर सेख मसाए कौलिए, ओत पोत निरंकार कट कट मौलिए। जिन्हें पीर पगंबर महापुरुष गुण गावे रविदास भगत, जय देव त्रिलोचन नामा भगत कबीर गावै समलोचन। बड़े बड़े भगतां ने परमेश्वर नूं आराधन किया। सतगुरु जी कहते भाई जिस अगे सब नबन, हर सज्जण दावण लग्या किसे न देई बन। जिहदा सारियां ते जोर होवे ना ਉਹਦੇ चरणों में चले जाओ, वो बन के किसी नूं फड़ाउंदा नहीं, डरूगा तो फड़ाऊगा। कोई जां लालच होऊगा तां फड़ाऊगा, ना तो परमेश्वर नूं लोभ है।
ਨਾ ਉਹ ਕਿਸੇ ਤੋਂ ਡਰਦਾ ਨਾ ਭੈ ਦਿੰਦਾ। ਸਭ ਤੋਂ ਵੱਡੀ ਗੱਲ ਹੈ ਭੈ ਕਾਹੂ ਕੋ ਦੇਤ ਨੈ ਭੈ ਮਾਨ ਤੇ ਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ। ਪਰਮੇਸ਼ਰ ਦੀ ਇੱਕ ਸਿਫਤ ਹੈ ਕਿ ਨਾ ਉਹ ਭੈ ਕਿਸੇ ਦਾ ਮੰਨਦਾ ਤੇ ਨਾ ਕਿਸੇ ਨੂੰ ਦਿੰਦਾ। ਗੁਰੂ ਅਰਜਨ ਦੇਵ ਮਹਾਰਾਜ ਤਤੀ ਤਵੀ ਤੇ ਬੈਠ ਗਏ। ਸਾਧ ਸੰਗਤ ਜੀ ਜੋ ਚਾਹੁੰਦੇ ਉਹ ਕਰ ਸਕਦੇ ਸੀ, ਸਾਰੀ ਧਰਤੀ ਨੂੰ ਪੁੱਠਾ ਕਰ ਸਕਦੇ ਸੀ, ਜਾਂ ਉਹਨਾਂ ਨੂੰ ਸਜ਼ਾ ਦੇਣ ਵਾਲਿਆਂ ਨੂੰ ਜੋ ਮਰਜ਼ੀ ਸਜ਼ਾ ਦੇ ਸਕਦੇ ਸੀ। ਪਰ ਜਦੋਂ ਧਰਤੀ ਆਪਣੇ ਸਾਧ ਸੰਗਤ ਜੀ ਤਤੀ ਤਵੀ ਤੇ ਬੈਠ ਗਏ ਜਾਂ ਉਬਲਦੀ ਦੇਗ ਵਿੱਚ ਉਬਲ ਗਏ ਤਾਂ ਧਰਤੀ ਨੇ ਵੀ ਆ ਕੇ ਉਹਨਾਂ ਅੱਗੇ ਨਮਸਕਾਰ ਕੀਤੀ ਕਿ ਸਭ ਤੋਂ ਵੱਡਾ ਜਿਗਰਾ ਧਰਤੀ ਨੇ ਕਿਹਾ ਮੇਰਾ ਗਿਣਿਆ ਹੈ। ਜਿਉਂ ਬਸਦਾ ਕੋ ਖੋਦੇ ਕੋ ਚੰਦਨ ਲੇਪ। ਧਰਤੀ ਦਾ ਬਹੁਤ ਵੱਡਾ ਜਿਗਰਾ, ਕੋਈ ਪੱਟੀ ਜਾਵੇ ਕੋਈ ਲੇਪ ਕਰੀ ਜਾਵੇ, ਚੰਦਨ ਦੀ ਕਿਸੇ ਨੂੰ ਕਹਿੰਦੀ ਨਹੀਂ ਆ। ਪਰ ਧਰਤੀ ਵੀ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਖੜ ਗਈ ਕਿ ਤੇਰਾ ਜਿਗਰਾ ਇੰਨਾ ਵੱਡਾ ਕਿ ਮੇਰੇ ਤੋਂ ਵੀ ਵੱਡਾ ਤੇਰਾ ਜਿਗਰਾ। ਪਾਵਰ ਕੋਲ ਹੁੰਦਿਆਂ ਹੋਇਆਂ ਕੋ ਕਿਸੇ ਨੂੰ ਬਚਨ ਰਸਨਾ ਤੋਂ ਤੇਰਾ ਕੀਆ ਮੀਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗੇ। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਸਭ ਤੋਂ ਵੱਡੀ, ਇਹ ਪਰਮੇਸ਼ਰ ਦੇ ਵਿੱਚ ਸਿਫਤ ਹੈ, ਹੋਰ ਸੰਸਾਰ ਵਿੱਚ ਸਿਫਤ ਹੋ ਨਹੀਂ ਸਕਦੀ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਸੰਸਾਰ ਦੇ ਸਿੱਖ ਇਤਿਹਾਸ ਦੇ ਵਿੱਚ ਵੱਡੇ ਵੱਡੇ ਮਹਾਂਪੁਰਸ਼ ਹੋਏ ਆ। ਉਹਨਾਂ ਦੇ ਸਿੱਖ ਇਤਿਹਾਸ ਦੇ ਵਿੱਚ ਜਦੋਂ ਸਿੱਖ ਰਾਜ ਹੋਇਆ ਉਹਦੇ ਵਿੱਚ ਬਾਬਾ ਵੀਰ ਸਿੰਘ ਨਰੰਗਾਬਾਦ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਨਾਮ ਹੈ ਸਿੱਖ ਇਤਿਹਾਸ ਵਿੱਚ ਆਉਂਦਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਦੋ ਸਾਹਿਬਜ਼ਾਦੇ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਬਾਬਾ ਵੀਰ ਸਿੰਘ ਨਰੰਗਾਬਾਦ ਵਾਲਿਆਂ ਦੀ ਸ਼ਰਨ ਵਿੱਚ ਆਏ ਤੇ ਡੋਗਰਿਆਂ ਨੇ ਮਾਰਨ ਵਾਸਤੇ ਕੋਸ਼ਿਸ਼ ਕੀਤੀ ਉਹਨਾਂ ਨੂੰ, ਤੇ ਉਹ ਦੋਵੇਂ ਬਾਬਾ ਵੀਰ ਸਿੰਘ ਦੀ ਸ਼ਰਨ ਵਿੱਚ ਆ ਗਏ। ਤੇ ਉਹਨਾਂ ਨੇ ਫਿਰ ਡੋਗਰਿਆਂ ਨੇ ਧਿਆਨ ਸਿੰਘ ਦਾ ਲੜਕਾ ਹੀਰਾ ਸਿੰਘ ਡੋਗਰਾ, ਉਹਨੇ ਬਾਬਾ ਵੀਰ ਸਿੰਘ ਤੇ ਚੜ੍ਹਾਈ ਕਰ ਦਿੱਤੀ, ਤੋਪਾਂ ਲੈ ਕੇ ਜਾਂ ਹੋਰ ਆਪਣਾ ਸ਼ਸਤਰ ਲੈ ਕੇ ਬਾਬਾ ਜੀ ਤੇ ਚੜ੍ਹਾਈ ਕਰ ਦਿੱਤੀ। ਇਹ ਬਚਨ ਕੀਤਾ ਕਿ ਸਾਡੇ ਭਗੌੜੇ ਸਾਨੂੰ ਦੇ ਦਿਓ, ਤੁਹਾਨੂੰ ਕੁਛ ਨਹੀਂ ਕਿਹਾ ਜਾਊਗਾ। ਬਾਬਾ ਵੀਰ ਸਿੰਘ ਨੇ ਜਵਾਬ ਦਿੱਤਾ ਸੀ ਕਿ ਸੂਰਮਿਆਂ ਦੀ ਸ਼ਰਨ ਪਿਆ, ਉਹਦੇ ਮਰੇ ਤੇ ਕੋਈ ਲੈ ਜਾਵੇ ਤਾਂ ਲੈ ਜਾਵੇ, ਪਰ ਸੂਰਮਾ ਦਿੰਦਾ ਨਹੀਂ। ਸਿੰਘ ਮੁੱਛ ਭੁਜੰਗ ਮਣ ਸੂਰੇ ਸ਼ਰਨ ਪਿਆ, ਕਿਰਪਨ ਕੇ ਘਰ ਲక్ష్ਮੀ ਚਾਰੇ ਦੇਣ ਮਿਆ। ਸ਼ੇਰ ਦੀ ਮੁੱਛ ਦਾ ਬਾਲ, ਜੀਂਦਾ ਸ਼ੇਰ ਕਿਸੇ ਨੂੰ ਮੁੱਛ ਦਾ ਬਾਲ ਦਿੰਦਾ ਨਹੀਂ। ਸੱਪ ਦੀ ਮਣੀ ਜਿਹੜੀ ਆ, ਸੱਪ ਤੋਂ ਜੀਂਦੇ ਤੋਂ ਮਣੀ ਕਿ ਲਈ ਨਹੀਂ ਜਾ ਸਕਦੀ, ਸੱਪ ਮਰ ਜਾਵੇ ਤਾਂ ਮਣੀ ਬਿਸ਼ੱਕ ਕੋਈ ਲੈ ਜਾਵੇ। ਸਿੰਘ ਮੁੱਛ ਭੁਜੰਗ ਮਣ ਸੂਰੇ ਸ਼ਰਨ ਪਿਆ, ਸੂਰਨਿਆਂ ਦੀ ਸ਼ਰਨ ਵਿੱਚ ਗਿਆ ਹੋਇਆ ਬੰਦਾ। ਕਿਰਪਨ ਕੇ ਘਰ ਲక్ష్ਮੀ ਸੂਮ ਦੇ ਕੋਰ ਮਾਇਆ ਹੋਵੇ, ਉਹ ਮਰੇ ਤੇ ਕੋਈ ਲੈ ਜਾਵੇ ਤਾਂ ਲੈ ਜਾਵੇ। ਤਾਂ ਸਤਿਗੁਰੂ ਜੀ ਕਹਿੰਦੇ ਭਾਈ ਸੱਜਣ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਉਹਦੇ ਚਰਨਾਂ ਵਿੱਚ ਗਿਆ ਹੋਇਆ ਇਹ ਨਾ ਵੀ ਕਿਸੇ ਨੂੰ ਰਹਿ ਜਾਵੇ ਮੈਨੂੰ ਫੜ ਕੇ ਕਿਸੇ ਨੂੰ ਫੜਾ ਦੂਗਾ, ਜਾਂ ਮੈਨੂੰ ਫੜ ਕੇ ਜਮਾਂ ਨੂੰ ਫੜਾ ਦੂਗਾ। ਜਮ ਤਾਂ ਉਹਦਾ ਨਾਂ ਸੁਣ ਕੇ ਬੰਦੇ ਨੂੰ ਛੱਡ ਜਾਂਦੇ ਆ, ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ। ਉਹ ਜਿਹਦੇ ਪਰਮੇਸ਼ਰ ਦਾ ਨਾਂ ਸੁਣ ਕੇ ਹੀ ਛੱਡ ਜਾਂਦੇ ਆ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਮਾਣਕ ਮੋਤੀ ਨਾਮ ਪ੍ਰਭ ਉਹਨ ਲੱਗੇ ਨਾਹੀ ਸਨ। ਮਾਣਕ ਮੋਤੀ ਵੈਸੇ ਮਹਿੰਗੀਆਂ ਚੀਜ਼ਾਂ ਗਿਣੀਆਂ ਗਈਆਂ, ਇਹਨਾਂ ਨੂੰ ਚੋਰੀ ਕਰਕੇ ਲੈ ਜਾਂਦੇ ਆ, ਜਾਂ ਸੁਨਿਆਰਿਆਂ ਦੀ ਦੁਕਾਨ ਤੇ ਹੁੰਦੇ ਆ ਉਹ ਚੋਰੀ ਕਰਕੇ ਚੋਰ ਲਿਜਾ ਸਕਦੇ ਆ। ਪਰ ਸਤਿਗੁਰੂ ਜੀ ਕਹਿੰਦੇ ਮਾਣਕ ਮੋਤੀ ਨਾਮ, ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹਨੂੰ ਕੋਈ ਚੋਰੀ ਨਹੀਂ ਕਰ ਸਕਦਾ। ਜਿੱਦਾਂ ਕੋਈ ਮਾਸਟਰ ਦੇ ਕੋਲੋਂ ਪੈਸੇ ਖੋਲੂਗਾ, ਮਾਸਟਰ ਦੇ ਕੋਲੋਂ ਕੋਈ ਸੋਨਾ ਖੋਲੂਗਾ, ਮਾਸਟਰ ਦੀ ਪੜ੍ਹਾਈ ਨਹੀਂ ਖੋਈ ਜਾ ਸਕਦੀ। ਇਸੇ ਤਰ੍ਹਾਂ ਭਾਈ ਕਹਿੰਦੇ ਮਾਣਕ ਮੋਤੀ ਨਾਮ ਪ੍ਰਭ ਉਹਨ ਲੱਗੇ ਨਾਹੀ ਸਨ, ਰੰਗ ਸਭੇ ਨਾਰਾਇਣ ਜੇਤੇ ਮਨ ਭਵਨ। ਜਿੰਨੇ ਤੁਸੀਂ ਰੰਗ ਸੰਸਾਰ ਵਿੱਚ ਦੇਖਦੇ ਹੋ ਤਰ੍ਹਾਂ ਤਰ੍ਹਾਂ ਦੇ, ਬਾਹਰਲਿਆਂ ਮੁਲਕਾਂ ਵਿੱਚ ਹੋਰ ਜਾਂ ਤੁਸੀਂ ਜਿੱਥੇ ਕਿਤੇ ਹਿੰਦੁਸਤਾਨ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗ ਤਮਾਸ਼ੇ ਤੁਸੀਂ ਦੇਖੋਗੇ। ਰੰਗ ਸਭੇ ਨਾਰਾਇਣ, ਸਾਰੇ ਪਰਮੇਸ਼ਰ ਦੇ ਬਣਾਏ ਹੋਏ ਰੰਗ ਨੇ। ਜੇਤੇ ਮਨ ਭਵਨ, ਜੇਤੇ ਜੀਵ ਨੂੰ ਚੰਗੇ ਲੱਗਦੇ ਰੰਗ। ਦੇਖੋ ਕਿੱਦਾਂ ਦੇ ਨਵੇਂ ਤੋਂ ਨਵੇਂ ਕਿੰਨੇ ਸੁੱਖ ਹੁਣ ਤੁਹਾਨੂੰ ਪ੍ਰਾਪਤ ਹੋਏ ਆ, ਅੱਗੇ ਪਹਿਲਾਂ ਸੁੱਖ ਇਹ ਹੁੰਦੇ ਨਾ ਸੀ। ਇਹ ਨਵੇਂ ਤੋਂ ਨਵੇਂ ਰੰਗ ਆ, ਟੈਲੀਫੋਨ ਹੈ ਇਹ ਰੰਗ ਹੈ, ਨਵੇਂ ਰੰਗ ਆ ਇਹ। ਸਤਿਗੁਰੂ ਜੀ ਕਹਿੰਦੇ ਜੇਤੇ ਮਨ ਭਵਨ, ਜਿੰਨੇ ਤੁਹਾਨੂੰ ਚੰਗੇ ਲੱਗਦੇ ਆ ਇਹ ਸਾਰੇ ਪਰਮੇਸ਼ਰ ਦੇ ਰੰਗ ਹੈ। ਮਾਣਕ ਮੋਤੀ ਨਾਮ ਪ੍ਰਭ ਨੂੰ ਲੱਗੇ ਨਾਹੀ ਸਨ, ਰੰਗ ਸਭੇ ਨਾਰਾਇਣ ਜੇਤੇ ਮਨ ਭਵਨ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਜੋ ਪਰਮੇਸ਼ਰ ਨੂੰ ਭਾਉਂਦਾ ਕਹਿੰਦੇ ਉਹੀ ਕਰਦਾ, ਉਹ ਕਿਸੇ ਦਾ ਕਿਹਾ ਨਹੀਂ ਮੰਨਦਾ। ਜੇ ਕਿਹਾ ਮੰਨਦਾ ਤੇ ਕੇਵਲ ਭਗਤਾਂ ਦਾ ਕਿਹਾ ਮੰਨਦਾ।
ਜੋ ਹਰ ਲੋੜੇ ਸੋ ਕਰੇ। ਜੋ ਪਰਮੇਸ਼ਰ ਪਾਉਂਦਾ ਜੀਵ ਵੀ ਉਹੀ ਕਰਦੇ ਆ। ਸਾਰੀ ਸ੍ਰਿਸ਼ਟੀ ਵਿੱਚ ਜਿੰਨੇ ਜੀਵ ਹੈ ਉਹਦੇ ਹੁਕਮ ਤੋਂ ਬਿਨਾਂ ਪਤਾ ਨਹੀਂ ਚੱਲਦਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਸੀ, ਮਹਾਰਾਜ ਹਉਮੈ ਦੀ ਕੱਦ ਕਿੱਦਾਂ ਦੂਰ ਹੋਵੇ? ਕਹਿੰਦੇ ਭਾਈ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ। ਜੇ ਗੱਲ ਨੂੰ ਬੁੱਝ ਜਾਵੇ ਵੀ ਸਾਰੀ ਸ੍ਰਿਸ਼ਟੀ ਹੁਕਮ ਵਿੱਚ ਹੈ। ਜਿਹੜਾ ਮੇਰੇ ਨਾਲ ਦੁਸ਼ਮਣਤਾਈ ਕਰਦਾ ਇਹ ਵੀ ਹੁਕਮ ਵਿੱਚ ਹੈ। ਜਿਹੜਾ ਮੇਰਾ ਸੱਜਣ ਹੈ ਉਹ ਵੀ ਹੁਕਮ ਵਿੱਚ ਹੈ। ਜਿਹੜਾ ਚੋਰ ਚੋਰੀ ਕਰਕੇ ਲੈ ਗਿਆ ਇਹ ਵੀ ਹੁਕਮ ਵਿੱਚ ਹੈ। ਜਦ ਮਨੁੱਖ ਦੀ ਬਿਰਤੀ ਇੱਥੇ ਖੜ ਜਾਂਦੀ ਫਿਰ ਹਉਮੈ ਖਤਮ ਹੋ ਜਾਂਦੀ। ਜੋ ਹਰ ਲੋੜੇ, ਜਿਹੜਾ ਪਰਮੇਸ਼ਰ ਜਿਸ ਗੱਲ ਨੂੰ ਲੋੜਦਾ ਸੋਈ ਜੀ ਕਰਨ। ਜੀਵ ਆਤਮਾ ਮੋਰੇ ਜੀਵ ਸਾਰੇ ਸੋਹੀ ਸੰਸਾਰ ਵਿੱਚ ਕੰਮ ਕਰਦੇ ਆ। ਆਪਣ ਲੀਆ ਜੇਬਨੇ ਵਿਛੜ ਕਿਉ ਰੋਵਨ। ਜੇ ਆਪਣੇ ਆਪ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ, ਕਹਿੰਦੇ ਵਿਛੜ ਫਿਰ ਜੀਵ ਰੋਵੇ ਕਿਉਂ? ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ। ਸਾਧੂ ਦੀ ਸੰਗਤ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਆ। ਮਹਾਂਪੁਰਸ਼ ਦੀ ਬਖਸ਼ਿਸ਼ ਤੋਂ ਬਿਨਾਂ ਪ੍ਰਾਪਤੀ ਹੁੰਦੀ ਨਹੀਂ ਆ। ਭਾਵੇਂ ਦੁਨੀਆ ਦਾ ਕੋਈ ਰਾਜਾ ਮਹਾਰਾਜਾ ਚੱਕਰਵਰਤੀ ਵੀ ਹੋਵੇ, ਤੁਸੀਂ ਉਹਦੇ ਦਰਸ਼ਨ ਕਰ ਲਓ ਤਾਂ ਪਰਮੇਸ਼ਰ ਦੀ ਬਖਸ਼ਿਸ਼ ਦੀ ਪਾਪ ਨਾਸ ਨਹੀਂ ਹੁੰਦੇ। ਸਤਿਗੁਰ ਬਾਣੀ ਵਿੱਚ ਲਿਖਦੇ ਆ, ਨਾਮ ਜਪਣ ਵਾਲੇ ਗੁਰਮੁਖ ਦੇ ਦਰਸ਼ਨ ਕਰ ਲਓ। ਤੁਸੀਂ ਸਾਹਮਣੇ ਖੜ ਕੇ ਤਾਂ ਦਰਸ਼ਨ ਕਰ ਲਓ, ਕਹਿੰਦੇ ਪਾਪ ਖਤਮ ਹੋ ਜਾਊਗੇ। ਤਿਸਕੇ ਦਰਸ ਸਭ ਪਾਪ ਮਿਟਾਵੇ। ਸਾਧੂ ਦੇ ਦਰਸ਼ਨ ਕਰੋਗੇ ਪਾਪ ਖਤਮ ਹੋ ਜਾਊਗੇ। ਜਦੋਂ ਪਾਪ ਖਤਮ ਹੋ ਗਏ ਤੇ ਬਿਰਤੀ ਪਰਮੇਸ਼ਰ ਦੇ ਨਾਮ ਨਾਲ ਆਪਣੇ ਆਪ ਹੀ ਜੁੜਨ ਲੱਗ ਜਾਂਦੀ ਹੈ। ਇਹ ਪਾਪ ਕਰਮ ਸਾਨੂੰ ਨਾਲ ਪਰਮੇਸ਼ਰ ਦੇ ਜੋੜਨ ਨਹੀਂ ਦਿੰਦੇ। ਪਾਪਾਂ ਦੀ ਮੈਲ ਹਿਰਦੇ ਉੱਤੇ ਚੜੀ ਹੋਈ ਆ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਉਹ ਜਦੋਂ ਸਾਧੂ ਦੀ ਸੰਗਤ ਵਿੱਚ ਮਨੁੱਖ ਜਾਂਦਾ ਉਹਦੇ ਪਾਪ ਖਤਮ ਹੋ ਜਾਂਦੇ। ਤਾਂ ਸਤਿਗੁਰੂ ਜੀ ਕਹਿੰਦੇ ਭਾਈ ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੇ ਭਾਗ ਮਥਾਨ। ਜੇਠ ਦਾ ਮਹੀਨਾ ਉਹਨਾਂ ਪੁਰਸ਼ਾਂ ਨੂੰ ਸੋਭਨੀਕ ਹੈ ਜਿਨ੍ਹਾਂ ਦੇ ਮੱਥੇ ਦੇ ਭਾਗ ਲਿਖੇ ਹੁੰਦੇ ਨੇ। ਮਹਾਂਪੁਰਸ਼ ਵੀ ਉਹਨਾਂ ਨੂੰ ਮਿਲੇ ਆ ਜਿਨ੍ਹਾਂ ਦੇ ਮੱਥੇ ਵਿੱਚ ਭਾਗ ਲਿਖੇ ਹੋਏ ਸੀ। ਜਿਨ੍ਹਾਂ ਮਸਤਕ ਤੁਰਹਰ ਲਿਖਿਆ ਤੇ ਨਾ ਸਤਿਗੁਰ ਮਿਲਿਆ ਰਾਮ ਰਾਜੇ। ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਕਟ ਬਲਿਆ। ਮਹਾਂਪੁਰਸ਼ ਜਿਨ੍ਹਾਂ ਦੇ ਮੱਥੇ ਦੇ ਭਾਗ ਹੁੰਦੇ ਆ ਉਹਨਾਂ ਦੇ ਮਸਤਕ ਦੇ ਭਾਗ ਅਨੁਸਾਰ ਸਤਿਗੁਰੂ ਜੀ ਕਹਿੰਦੇ ਭਾਈ ਬੜ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟ ਦੁਰਮਤ ਖੋਈ। ਮਹਾਂਪੁਰਸ਼ ਦਾ ਸੰਗ ਵੀ ਮੱਥੇ ਦੇ ਭਾਗਾਂ ਤੋਂ ਬਿਨਾਂ ਮਿਲਦਾ ਨਹੀਂ ਆ। ਸੋ ਇੰਨੀ ਕੁ ਵਿਚਾਰ ਸਾਧ ਸੰਗਤ ਜੀ, ਜਿੰਨੀ ਵੀ ਸੰਗਤ ਆਇਓ ਸਾਰਿਆਂ ਨੂੰ ਜੀ ਆਇਆਂ। ਸਤਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਆਪਣੀ ਬਖਸ਼ਿਸ਼। ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸਾਰਿਆਂ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ। ਬਹੁਤ ਸਾਰੇ ਰਾਗੀ ਢਾਡੀ ਜਥੇ ਆਏ ਨੇ, ਸਾਰਿਆਂ ਦੇ ਵਿਚਾਰ ਗੁਰਮੁਖ ਪਿਆਰਿਓ ਆਪਣੇ ਸਰਵਣ ਕਰਨੇ ਆ। ਗੁਰੂ ਜਸ ਗੁਰੂ ਇਤਿਹਾਸ, ਕਿਉਂਕਿ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਆ ਰਿਹਾ 25 ਤਰੀਕ ਨੂੰ। ਇਹ ਜਿਹੜੇ ਗੁਰਮੁਖ ਪਿਆਰੇ ਰਾਗੀ ਢਾਡੀ ਤੁਹਾਨੂੰ ਇਤਿਹਾਸ ਸੁਣਾਉਣਗੇ। ਆਪ ਜੀ ਨੇ ਸਰਵਣ ਕਰਨਾ, ਆਪਣੇ ਸਵਾਸਾਂ ਨੂੰ ਸਫਲੇ ਕਰਨਾ। ਜਿੰਨੇ ਸਵਾਸ ਤੁਸੀਂ ਗੁਰੂ ਹਜ਼ੂਰੀ ਵਿੱਚ ਬਤਾਓਗੇ ਨਾ ਉਹ ਤੁਹਾਡੇ ਸਵਾਸ ਸਫਲੇ ਗਿਣੇ ਜਾਣਗੇ। ਜਿੰਨੇ ਸਵਾਸ ਗੁਰੂ ਦਾ ਜਸ ਸੁਣਦਿਆਂ ਬਤੀਤ ਕਰੋਗੇ ਉਨੇ ਸਵਾਸ ਸਫਲੇ ਹੋ ਜਾਣਗੇ। ਵੱਧ ਤੋਂ ਵੱਧ ਟਾਈਮ ਗੁਰੂ ਦੀ ਹਜ਼ੂਰੀ ਵਿੱਚ ਲਾਇਆ ਕਰੋ। ਸੋ ਇੰਨੇ ਹੀ ਬਚਨ ਪ੍ਰਵਾਨ ਕਰੋ ਗੁਰਮੁਖ ਪਿਆਰੇ। ਬਹੁਤ ਸਾਰੇ ਰਾਗੀ ਢਾਡੀ ਕਥਾਵਾਚਕ ਆਏ ਨੇ, ਸਾਰੇ ਆਪ ਜੀ ਨੂੰ ਗੁਰੂ ਦਾਸ ਆਪਣੀ ਕਲਾ ਦੁਆਰਾ ਸਰਵਣ ਕਰਾਉਣਗੇ। ਦਾਸ ਜੀ ਦੀ ਸੇਵਾ ਪ੍ਰਵਾਨ ਕਰੋ। ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।